ਕਹਿੰਦੇ ਸਰਕਾਰਾਂ ਵਾਲੇ ਰਲ ਮਿਲ ਕੇ ਲੋਕਾਂ ਨੂੰ ਤੜਪਾ ਰਹੇ ਨੇ। ਲੋਕਾਂ ਦਾ ਏਕਾ ਜ਼ਿੰਦਾਬਾਦ ਦੇ ਨਾਰੇ ਸੁਣਾਈ ਦੇ ਰਹੇ ਨੇ ਔਰ ਇੱਥੇ ਲੋਕ ਖੜੇ ਜਿਹੜੇ ਨੇ ਉਹ ਮਾਯੂਸ ਨੇ ਲੇਕਿਨ ਜਾਹੋ ਜਲਾਲ ਵਿੱਚ ਨਜ਼ਰ ਆ ਰਹੇ ਨੇ। ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਇਸ ਸਮੇਂ ਸਮਾਰਟ ਸੁਪਰ ਸਟੋਰ ਦੇ ਅੱਗੇ ਖੜੇ ਹਾਂ ਜੀ। ਦੀਪ ਸਾਹਿਬ ਸਾਡੇ ਨਾਲ ਨੇ, ਬਿੱਲਾ ਗੁੱਜਰ ਜੀ ਵੀ ਨਾਲ ਨੇ। ਇੱਥੇ ਮੀਟਿੰਗ ਮੈਂ ਚਾਹੁੰਦਾ ਕੈਮਰਾਮੈਨ ਦਿਖਾ ਦਿਓ, ਉੱਧਰ ਮੀਟਿੰਗ ਚੱਲ ਰਹੀ ਹੈ ਜੀ। ਔਰ ਜਿਹੜਾ ਇਹ ਲੋਕਡਾਊਨ ਲੱਗਿਆ ਹੈ ਉਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਹੋ ਰਿਹਾ। ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਹੋ ਰਹੀ ਹੈ। ਵੱਡੀ ਗੱਲ ਇਹ ਆ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ। ਦੀਪ ਸਾਹਿਬ ਸਾਡੇ ਨਾਲ ਨੇ। ਸਰ ਪਲੀਜ਼ ਥੋੜ੍ਹਾ ਜਿਹਾ ਆਡੀਅנס ਨੂੰ ਸਮਝਾ ਦਿਓ ਕਿ ਅੱਜ ਇੱਥੇ ਰੋਸ ਪ੍ਰਦਰਸ਼ਨ ਕਿਉਂ ਹੋ ਰਿਹਾ ਹੈ, ਧਰਨਾ ਕਿਉਂ ਲੱਗਿਆ ਇੱਥੇ, ਗੱਲਬਾਤ ਕੀ ਹੋ ਰਹੀ ਹੈ, ਸਪੀਚਸ ਕੀ ਹੋ ਰਹੀਆਂ ਨੇ। ਅੱਜ ਅਸੀਂ ਮੀਟਿੰਗ ਰੱਖੀ ਹੈ ਔਰ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਕਾਰੋਬਾਰਾਂ ਨਾਲ ਸੰਬੰਧਿਤ ਨੁਮਾਇੰਦੇ ਜਿਹੜੇ ਸ਼ਾਮਲ ਹੋਏ ਆ, ਜਿਨ੍ਹਾਂ ਦੇ ਵਿੱਚ ਖੇਤੀ ਬੀਜ ਭੰਡਾਰ ਐਸੋਸੀਏਸ਼ਨ ਦੇ ਨੁਮਾਇੰਦੇ, ਜਿਹਦੇ ਵਿੱਚ ਟੈਂਟ ਹਾਊਸ ਐਸੋਸੀਏਸ਼ਨ ਦੇ ਨੁਮਾਇੰਦੇ, ਜਿਹਦੇ ਵਿੱਚ ਆਟੋ ਵਰਕਰ ਯੂਨੀਅਨ ਦੇ ਨੁਮਾਇੰਦੇ, ਰੇਹੜੀ ਵਰਕਰ ਯੂਨੀਅਨ ਦੇ ਨੁਮਾਇੰਦੇ ਔਰ ਉਸਾਰੀ ਨਾਲ ਸੰਬੰਧਿਤ ਜਿਹੜੀ ਕੈਟਾਗਰੀਆਂ ਆ ਉਹਨਾਂ ਦੇ ਨੁਮਾਇੰਦੇ, ਪ੍ਰਾਈਵੇਟ ਸਕੂਲਾਂ ਦੇ ਨੁਮਾਇੰਦੇ ਔਰ ਬਹੁਤ ਸਾਰੀਆਂ ਕੈਟਾਗਰੀਆਂ ਦੇ ਨੁਮਾਇੰਦੇ ਜਿਹੜੇ ਆ ਇਸ ਦੇ ਵਿੱਚ ਹਿੱਸਾ ਲੈ ਰਹੇ ਆ। ਔਰ ਜਿਵੇਂ ਤੁਹਾਨੂੰ ਪਤਾ ਕਿ ਇਹ ਜਿਹੜਾ ਸੁਪਰ ਸਟੋਰ ਆ ਰਿਲਾਇੰਸ ਦਾ, ਇਹ ਧਰਨਾ ਆ ਸੰਯੁਕਤ ਕਿਸਾਨ ਮੋਰਚੇ ਦਾ, ਇਹ ਜ਼ਿਲ੍ਹੇ ਦੇ ਸੰਘਰਸ਼ਾਂ ਦਾ ਕੇਂਦਰ ਬਣਿਆ ਆ ਔਰ ਸਾਡੇ ਤੱਕ ਵੀ ਪਹੁੰਚ ਕੀਤੀ ਹੈ ਦੁਕਾਨਦਾਰਾਂ ਨੇ, ਵੱਖ-ਵੱਖ ਕਾਰੋਬਾਰਾਂ ਵਾਲਿਆਂ ਨੇ, ਕਿ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ। ਅੱਜ ਉਹ ਆਪਣੇ ਵਿਚਾਰ ਜਿਹੜੇ ਇਸ ਮੀਟਿੰਗ ਦੇ ਵਿੱਚ ਖੁੱਲ੍ਹ ਕੇ ਰੱਖ ਰਹੇ ਆ। ਨੁਕਸਾਨ ਕਿਹਦਾ? ਆਮ ਜਨਤਾ ਦਾ ਹੋ ਰਿਹਾ, ਦੁਕਾਨਦਾਰਾਂ ਦਾ ਹੋ ਰਿਹਾ। ਔਰ ਐਤਵਾਰ ਨੂੰ ਲੋਕਡਾਊਨ ਲਾਉਣ ਦਾ ਕੀ ਮਤਲਬ? ਉਹ ਦੀਪ ਸਾਹਿਬ ਤੁਸੀਂ ਵੀ ਸ਼ਹਿਰ 'ਚ ਵਿਚਰਦੇ ਹੋ, ਤੁਹਾਡਾ ਮੇਰੇ ਤੋਂ ਬਹੁਤ ਵੱਡਾ ਤਜਰਬਾ ਹੈ। ਦੇਖੋ ਜਿਹੜੇ ਸਾਡੇ ਨਵੇਂ ਸ਼ਹਿਰ ਦੇ ਦੁਕਾਨਦਾਰ ਨੇ 6 ਵਜੇ ਤੋਂ ਬਾਅਦ ਤਾਂ ਗਾਹਕ ਆਉਂਦਾ, 7 ਵਜੇ ਉਹ ਦੁਕਾਨ ਬੰਦ ਕਰ ਦਿੰਦੇ ਨੇ। ਫਿਰ ਉਹਨੂੰ ਸਮਾਂ ਕਦੋਂ ਮਿਲਦਾ ਜੀ ਗਾਹਕਾਂ ਨੂੰ ਐਂਟਰਟੇਨ ਕਰਨ ਦਾ, ਜਾਂ ਗਾਹਕ ਜਿਹੜੇ ਦੁਕਾਨ 'ਤੇ ਆ ਕੇ ਕੋਈ ਸੌਦਾ ਲੈ ਸਕੇ? ਲੋਕਾਂ ਦੇ ਜਿਹੜੇ ਵਿਚਰਨ ਦਾ ਆ, ਕਾਰੋਬਾਰੀਆਂ ਦੇ ਵਿਚਰਨ ਦੇ ਉੱਤੇ ਹੀ ਇੱਕ ਕਿਸਮ ਦੀਆਂ ਸੀਮਤਾਈਆਂ ਲਾਈਆਂ ਜਾ ਰਹੀਆਂ। ਉਹਨਾਂ ਦੇ ਵਿਚਰਨ ਦੇ ਸਮਾਂ ਜਿਹੜਾ ਆ ਉਹਨੂੰ ਘਟਾਇਆ ਜਾ ਰਿਹਾ। ਇਸ ਤਰ੍ਹਾਂ ਕੋਈ ਸ਼ਹਿਰ, ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਰ ਇਸ ਤਰ੍ਹਾਂ ਆਪਾਂ ਕਰੋਨਾ 'ਤੇ ਕਾਬੂ ਪਾ ਲਾਂਗੇ ਜੀ? ਕਰੋਨਾ ਦੇ ਲਈ ਸਰਕਾਰਾਂ ਨੂੰ ਚਾਹੀਦਾ ਸੀ ਕਿ 1 ਸਾਲ ਦਾ ਸਮਾਂ ਇਹਨਾਂ ਨੂੰ ਮਿਲਿਆ। ਉਸ ਸਮੇਂ ਦੇ ਵਿੱਚ ਦਵਾਈਆਂ ਦਾ ਪ੍ਰਬੰਧ ਨਹੀਂ ਕੀਤਾ ਸਰਕਾਰਾਂ ਨੇ, ਉਸ ਸਮੇਂ ਦੇ ਵਿੱਚ ਆਕਸੀਜਨ ਦਾ ਪ੍ਰਬੰਧ ਨਹੀਂ ਕੀਤਾ, ਉਸ ਸਮੇਂ ਦੇ ਵਿੱਚ ਹਸਪਤਾਲਾਂ ਦੀ ਉਸਾਰੀ ਹੋ ਸਕਦੀ ਸੀ, ਡਿਸਪੈਂਸਰੀਆਂ ਬਣ ਸਕਦੀਆਂ ਸੀ, ਉਸ ਸਮੇਂ ਕੁਝ ਨਹੀਂ ਕੀਤਾ। ਉਸ ਸਮੇਂ ਰੈਲੀਆਂ ਹੋਈਆਂ ਜੀ, ਉਸ ਵੇਲੇ ਬੜਬੜੀਆਂ ਚੁਣਾਵੀ ਰੈਲੀਆਂ, ਹੋਰ ਰੈਲੀਆਂ ਜਿਹੜੀਆਂ ਹਾਕਮ ਜਮਾਤੀ ਪਾਰਟੀਆਂ, ਉਹਨਾਂ ਦੇ ਬੜੇ ਬੜੇ ਇਕੱਠ ਹੁੰਦੇ ਰਹੇ ਆ ਔਰ ਹੁਣ ਵੀ ਇਹ ਕਰੀ ਜਾਂਦੇ ਆ। ਪਰ ਇਹ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਜੋ ਕੁਝ ਨਿਕਲ ਕੇ ਸਾਹਮਣੇ ਆਇਆ, ਉਹਦੇ ਤੋਂ ਇਹ ਸਪਸ਼ਟ ਆ ਕਿ ਸਰਕਾਰ ਜਿਹੜੀ ਆ ਕਰੋਨਾ ਦਾ ਡਰ ਦੇ ਕੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਕੈਦ ਕਰਨਾ ਚਾਹੁੰਦੀ ਆ। ਨੰਬਰ 2, ਹਸਪਤਾਲ ਆ ਜਿਹੜੇ ਪ੍ਰਾਈਵੇਟ ਹਸਪਤਾਲ, ਉਹਨਾਂ ਲਈ ਕਰੋਨਾ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ। ਇੱਦਾਂ ਦੇ ਤੱਥ ਵੀ ਸਾਹਮਣੇ ਆਏ ਇੱਥੇ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਵਿਦੇਸ਼ ਜਾਣ ਵਾਲੇ ਬੰਦੇ ਆ, ਉਹਨਾਂ ਨੂੰ ਕਰੋਨਾ ਨੈਗੇਟਿਵ ਦੱਸਣ ਦਾ 10-10, 20-20 ਹਜ਼ਾਰ ਰੁਪਈਆ ਲਿਆ ਜਾ ਰਿਹਾ। ਘੱਟ ਕਹਿ ਰਹੇ ਹੋ, ਮੇਰੇ ਸੁਣਨ 'ਚ ਤਾਂ ਹੋਰ ਜ਼ਿਆਦਾ ਆ ਗਿਆ ਜੀ। ਹੋਰ ਵੀ ਵੱਧ ਲਿਆ ਜਾ ਰਿਹਾ। ਔਰ ਮਰੀਜ਼ਾਂ ਨੂੰ ਜਿਹੜਾ ਹੋਰ ਕਿਸੇ ਬਿਮਾਰੀ ਦਾ ਮਰੀਜ਼ ਹੈ, ਉਹਨੂੰ ਵੀ ਜਾਣ ਬੁੱਝ ਕੇ ਕਰੋਨਾ ਪੋਜ਼ਿਟਿਵ ਕੱਢ ਕੇ ਲੋਕਾਂ ਦੀ ਜੇਬ ਦੇ ਵਿੱਚੋਂ ਜਿਹੜੇ ਪੈਸੇ ਕੱਢੇ ਜਾ ਰਹੇ ਆ, ਲੱਖਾਂ ਰੁਪਏ ਕੱਢੇ ਜਾ ਰਹੇ ਆ। ਜਦੋਂ ਇਦਾਂ ਦੇ ਹਾਲਾਤ ਹੋਣ ਤਾਂ ਸਰਕਾਰ ਚਾਹੇ ਜਿੱਦਾਂ ਦੀਆਂ ਮਰਜ਼ੀ ਪਾਬੰਦੀਆਂ ਲਾ ਲਏ, ਲੋਕ ਆਪਣੇ ਮਸਲਿਆਂ ਨੂੰ ਲੈ ਕੇ ਮੀਟਿੰਗਾਂ ਵੀ ਕਰਨਗੇ, ਰੈਲੀਆਂ ਵੀ ਕਰਨਗੇ ਤੇ ਮੁਜ਼ਾਹਰੇ ਵੀ ਕਰਨਗੇ। ਮੈਂ ਇੱਕ ਸਵਾਲ ਪੁੱਛ ਲੈਂਦਾ, ਕਿਉਂਕਿ ਚਲੋ ਆਪਾਂ ਤਾਂ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਦੇ ਨੇ। ਕਈ ਲੋਕ ਪੁੱਛ ਲੈਂਦੇ ਨੇ ਕਿ ਯਾਰ ਇਹਨਾਂ 'ਤੇ ਕੋਈ ਪਰਚਾ ਨਹੀਂ, ਸਾਨੂੰ ਤਾਂ ਡੰਡੇ ਮਾਰਦੇ ਆ, ਤੁਹਾਡੇ ਵੱਲ ਕਿਉਂ ਨਹੀਂ ਆਉਂਦੇ? ਦੇਖੋ, ਆਉਂਦੇ ਕਿਉਂ ਨਹੀਂ? ਉਹ ਪ੍ਰਸ਼ਾਸਨ ਸੋਚੇ, ਪੁਲਿਸ ਸੋਚੇ। ਅਸੀਂ ਤਾਂ ਇਹ ਤੱਥ ਜਿਹੜਾ ਇਹਨੂੰ ਪੂਰੀ ਤਰ੍ਹਾਂ ਜਾਣਦੇ ਹਾਂ
ਕਿ ਸੰਘਰਸ਼ਾਂ ਤੋਂ ਬਿਨਾ ਕੁਝ ਨਹੀਂ ਮਿਲਦਾ। ਤਾਂ ਹੀ ਉੱਥੇ ਲਿਖਿਆ ਸੰਸਦੀ ਬਦਲ ਨੂੰ ਨਕਾਰੋ, ਲੋਕ ਘੋਲ ਵਿੱਚ ਬਦਲ ਉਸਾਰੋ। ਬਿਲਕੁਲ ਉਹਦਾ ਸੱਦਾ ਇਹੀ ਆ ਵੀ ਸੰਘਰਸ਼ਾਂ ਉੱਤੇ ਟੇਕ ਰੱਖੋ, ਤੁਸੀਂ ਸੰਘਰਸ਼ਾਂ ਨਾਲ ਤੁਸੀਂ ਜੋ ਹਾਸਲ ਕਰ ਜਾਓਗੇ, ਸਰਕਾਰਾਂ ਨੇ ਉੱਦਾਂ ਕੁਝ ਨਹੀਂ ਦੇਣਾ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ, ਕੱਲ੍ਹ ਅਸੀਂ ਇੱਕ ਵੀਡੀਓ ਪਾਈ ਹੈ, ਕਹਿੰਦੇ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਸੀ, ਹੁਣ ਉਹਨਾਂ ਨੇ ਅੱਤਵਾਦੀਆਂ ਨੇ ਹਸਪਤਾਲ ਵੀ ਬਣਾ ਲਿਆ। ਕਰੋਨਾ ਦੇ ਮਰੀਜ਼ ਇਹਨਾਂ ਕੋਲ ਤਾਂ ਠੀਕ ਨਹੀਂ ਹੋ ਰਹੇ, 65 ਮਰੀਜ਼ ਠੀਕ ਕੀਤੇ ਨੇ ਅੱਤਵਾਦੀ ਨੇ। ਥੱਲੜੇ ਪੋਰਸ਼ਨ ਵਿੱਚ ਜਿਹੜਾ ਗਰਾਊਂਡ ਫਲੋਰ ਹੈ ਉੱਤੇ ਜਿਹੜੇ ਕਰੋਨਾ ਪੀੜਤ ਉਹ ਰਹਿੰਦੇ ਨੇ, ਦੂਜੇ ਫਲੋਰ ਤੇ ਰਹਿੰਦੇ ਨੇ ਜਿਹੜੇ ਕਰੋਨਾ ਪੀੜਤਾਂ ਦੇ ਪਰਿਵਾਰ ਨੇ, ਉਹਦੇ ਉੱਤੇ ਉਹ ਆਪ ਰਹਿੰਦੇ ਨੇ ਅੱਤਵਾਦੀ ਜਿਹੜੇ ਠੀਕ ਕਰਦੇ ਨੇ, ਆਕਸੀਜਨ ਵੀ ਦੇ ਰਹੇ ਨੇ। ਹਾਲਾਂਕਿ ਅੰਬਾਨੀ ਇਸ ਸਮੇਂ ਬਾਹਰਲੇ ਦੇਸ਼ਾਂ 'ਚ ਜਾ ਕੇ ਜਾਇਦਾਦ ਖਰੀਦ ਰਹੇ ਨੇ, ਪਰ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਨੇ ਉਹ ਆਕਸੀਜਨ ਦਾ ਪ੍ਰਬੰਧ ਕਰ ਰਹੇ ਨੇ। ਸੋ ਇਹ ਲੋਕਾਂ ਨੂੰ ਸਮਝਣਾ ਪੈਣਾ ਅੱਤਵਾਦੀ ਹੈ ਕੌਣ। ਜਥੇਬੰਦੀਆਂ ਨੇ ਜੋ ਲੋਕ ਸੰਘਰਸ਼ ਵੀ ਕਰ ਰਹੀਆਂ, ਲੋਕਾਂ ਦੀ ਸੇਵਾ ਵੀ ਕਰ ਰਹੀਆਂ, ਉਹਨੇ ਸਪਸ਼ਟ ਕਰ ਦਿੱਤਾ ਆ ਕਿ ਜਥੇਬੰਦੀਆਂ ਬਹੁਤ ਵੱਡੀਆਂ ਮਨੁੱਖਤਾਵਾਦੀ ਆ, ਔਰ ਸਰਕਾਰਾਂ ਜਿਹੜੀਆਂ ਮਨੁੱਖਤਾਵਾਦੀ ਹੈ ਨਹੀਂ, ਜਥੇਬੰਦੀਆਂ ਮਨੁੱਖਤਾਵਾਦੀ ਆ। ਇਸੇ ਲਈ ਉਹ ਲੋੜਵੰਦਾਂ ਦੀ ਹਰ ਟਾਈਮ ਮਦਦ ਵੀ ਕਰਦੀਆਂ, ਸੰਘਰਸ਼ ਵੀ ਲੜਦੀਆਂ। ਚਲੋ, ਬਿੱਲਾ ਗੁੱਜਰ ਜੀ ਵੀ ਸਾਡੇ ਨਾਲ ਨੇ, ਦੀਪ ਸਾਹਿਬ ਦੇ ਬੜੇ ਅਨਮੋਲ ਵਚਨ ਸੁਣ ਲਏ ਨੇ। ਮੁੰਬਈ ਵਿੱਚ ਗੱਡੀਆਂ ਵੇਚ ਦਿੱਤੀਆਂ ਨੇ ਜਿਹੜੇ ਸਮਾਜ ਸੇਵੀ ਨੇ। ਕੀ ਲੱਗਦਾ ਇਸ ਸਮੇਂ ਮੋਦੀ ਸਾਹਿਬ ਵੀ ਅਗਰ ਇੱਕ ਤਾਂ ਜਹਾਜ਼ ਵੇਚ ਕੇ ਆਕਸੀਜਨ ਖਰੀਦ ਲੈਂਦੇ ਚੰਗੀ ਗੱਲ ਨਹੀਂ ਹੁੰਦੀ? ਗੱਡੀਆਂ ਉਹਨਾਂ ਨੇ ਸਹੀ ਤਰੀਕੇ ਨਾਲ ਉਹ ਵੇਚਤੀਆਂ, ਕਿਉਂਕਿ ਮੋਦੀ ਨੇ ਜਹਾਜ਼ ਲੈ ਲਿਆ, ਗੱਡੀਆਂ ਤਾਂ ਉਹਨਾਂ ਨੇ ਵੇਚਤੀਆਂ ਕਿ ਮੋਦੀ ਨੇ ਹੁਣ ਚੱਲਣਾ, ਕੀ ਪਤਾ ਰੋਡ ਤੇ ਵੀ ਚਲਾ ਸਕਦਾ, ਉਹਦਾ ਦਿਮਾਗ ਇਦਾਂ ਦਾ ਹੈ ਜੀ, ਉਹ ਰੋਡ ਤੇ ਵੀ ਜਹਾਜ਼ ਚਲਾ ਸਕਦਾ ਹੈ। भाइयों बहनों आज से रोड पे आऊँगा। हाँ भाइयों बहनों आज से रोड पे आऊँगा, कुछ भी चलने नहीं दूँगा, सब कुछ मैं चलाऊँगा, ਇਹ ਉਹਦਾ ਨਾਰਾ ਆ। ਤੇ ਬਾਕੀ ਅੱਜ ਜੋ ਸਾਡੀ ਮੀਟਿੰਗ ਚੱਲ ਰਹੀ ਹੈ ਇਸ ਲੋਕਡਾਊਨ ਨੂੰ ਲੈ ਕੇ, ਤੇ ਸਾਡੇ ਕੋਲ ਅੱਜ ਵੀ ਪੁਲਿਸ ਪ੍ਰਸ਼ਾਸਨ ਵੀ ਆਇਆ ਸੀਗਾ। ਪਹਿਲਾਂ ਆ ਕੇ ਉਹਨੇ ਆਪਣਾ ਜਿਹੜਾ ਰੋਬ ਜਿੱਦਾਂ ਦਿਖਾਉਂਦੀ ਹੈ ਉੱਦਾਂ ਦਿਖਾਇਆ, ਤੇ ਇਸ ਕਰਕੇ ਅਸੀਂ ਕਿਸੇ ਰੋਬ ਤੋਂ ਡਰਨੇ ਵਾਲੇ ਨਹੀਂ ਹੈਗੇ, ਔਰ ਅਸੀਂ ਇਹ ਆਪਣੇ ਹੱਕਾਂ ਲਈ। ਆਮ ਜਨਤਾ ਪੁੱਛ ਰਹੀ, ਦੇਖੋ ਮੈਂ ਘੁਮਾ ਕੇ ਪੁੱਛ ਲੈਣਾ, ਤੁਹਾਨੂੰ ਇਹ ਨਾ ਲੱਗੇ ਕਿ ਮੈਂ ਤੁਹਾਨੂੰ ਸਿੱਧਾ ਕਾਊਂਟਰ ਕਰ ਰਿਹਾ, ਸਿੱਧਾ ਤੁਹਾਡੇ ਅਗੇਂਸਟ ਵੀ ਚੱਲ ਰਿਹਾ ਜਾਂ ਆਰਗੂਮੈਂਟ ਕਰ ਰਿਹਾ। ਆਮ ਜਨਤਾ ਪੁੱਛ ਰਹੀ ਕਿ ਇਹਨਾਂ ਤੇ ਕੋਈ ਪਰਚਾ ਨਹੀਂ, ਸਾਨੂੰ ਤਾਂ ਡੰਡੇ ਵੱਜਦੇ ਆ। ਫਿਰ ਦੇਖੋ, ਪਰਚਾ ਕਰਨਾ ਉਹ ਉਹਨਾਂ ਦੀ ਮਰਜ਼ੀ ਹੈ, ਕਰੀ ਜਾਣ, ਸਾਨੂੰ ਕੋਈ ਫਰਕ ਨਹੀਂ ਹੈ। ਰੋਟੀ ਇੱਥੇ ਵੀ ਖਾਣੀ ਹੈ, ਉੱਥੇ ਵੀ ਖਾਣੀ ਹੈ, ਐਦਾਂ ਦਾ ਕੋਈ ਨਹੀਂ ਹੈਗਾ। ਤੇ ਪਰਚਾ ਵੀ ਉਹ ਕਿਸੇ ਆਧਾਰ ਤੇ ਕਰੂਗੇ, ਜੇ ਕੋਈ ਭੁੱਖਾ ਨੰਗਾ ਮਰ ਰਿਹਾ ਤਾਂ ਉਹ ਤੇ ਪਰਚਾ ਕੀ ਕਰੂਗਾ, ਰੋਟੀ ਦੇ ਦੂਗਾ ਉਹਨੂੰ। ਠੀਕ ਹੈ, ਇਹ ਉਹਨਾਂ ਦਾ ਸਵਾਲ ਹੈ, ਉਹਨਾਂ ਦੀ ਸੋਚ ਹੈ, ਉਹ ਜੋ ਕਰਨਾ, ਜੋ ਤੁਹਾਨੂੰ ਸਵਾਲ ਪੁੱਛਦੇ ਹੋ ਉਹਨਾਂ ਦੀ ਸੋਚ ਹੈ। ਲੇਕਿਨ ਸਾਡਾ ਕਹਿਣਾ ਪਬਲਿਕ ਨੂੰ ਇਹੀ ਆ ਵੀ ਕੋਈ ਕਰੋਨਾ ਨਹੀਂ ਹੈਗਾ, ਕੋਈ ਕੁਝ ਨਹੀਂ ਹੈਗਾ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਬਿਲਕੁਲ। ਔਰ ਬਿੱਲਾ ਗੁੱਜਰ ਤੇ ਜਿਹੜੀ ਆਟੋ ਯੂਨੀਅਨ ਹੈ ਅੱਜ ਆਪਣੇ ਹੱਕਾਂ ਲਈ ਆਈ ਆ ਕਿ ਜਨਤਾ ਦੇ ਹੱਕਾਂ ਲਈ ਵੀ ਕੋਈ ਗੱਲ ਕਰੇਗੀ? ਇਹ ਸਭ ਤੋਂ ਪਹਿਲਾਂ ਜਨਤਾ ਦੇ ਹੱਕਾਂ ਲਈ ਆ, ਉਸ ਤੋਂ ਬਾਅਦ ਆਪਣੇ ਹੱਕਾਂ ਲਈ ਆ, ਕਿਉਂਕਿ ਜਨਤਾ ਦੇ ਹੀ ਹੱਕ ਜਿਹੜੇ ਆ ਉਹ ਆਪਣੇ ਹੱਕ ਆ। ਜੇ ਜਨਤਾ ਦੇ ਹੱਕ ਨਹੀਂ, ਉਹ ਆਪਣੇ ਹੱਕ। ਜਨਤਾ ਜੀ ਆਨੇ ਅਸੀਂ ਬਿਲਕੁਲ ਜਨਤਾ ਜਾਂ, ਤੇ ਜਿਹੜੀ ਜਨਤਾ ਆ ਉਹਦਾ ਏਕਤਾ ਬਣਾਉਣੀ ਬਹੁਤ ਜ਼ਰੂਰੀ ਆ, ਕਿਉਂਕਿ ਉਹਦੇ ਨਾਲ ਹੀ ਸਾਰੇ ਹੱਕ ਵੀ ਲਏ ਜਾਂਦੇ, ਉਹਦੇ ਨਾਲ ਹੀ ਸਾਰੇ ਕਾਰੋਬਾਰ ਵੀ ਕੀਤੇ ਜਾਂਦੇ। ਦਿੱਲੀ ਜਾਣ ਦੀ ਵੀ ਗੱਲ ਹੋ ਰਹੀ ਸੀ, ਤਾਂ ਫਿਰ ਆਟੋ ਯੂਨੀਅਨ ਦਿੱਲੀ ਵੱਲ ਵੀ ਰਵਾਨਾ ਹੋਏਗੀ? ਇਹ ਵੀ ਅਸੀਂ ਪਹਿਲਾਂ ਤੋਂ ਹੀ ਤੁਹਾਨੂੰ ਮੁੱਢ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਦੋਂ ਵੀ ਸਾਨੂੰ ਉਹ ਕੋਈ ਹੁਕਮ ਸਾਡਾ ਲਾਣਗੇ ਅਸੀਂ ਜਾਵਾਂਗੇ ਦਿੱਲੀ, ਔਰ ਹਰ ਹਾਲ ਦੇ ਵਿੱਚ ਜਾ ਕੇ ਰਵਾਂਗੇ। ਜੇ ਆਟੋ ਤੇ ਜਾਣ ਦੀ ਜ਼ਰੂਰਤ ਪਵੇ ਅਸੀਂ ਉਹ ਵੀ ਲੈ ਜਾਵਾਂਗੇ। ਮੈਂ ਤੁਹਾਨੂੰ ਬਾਰ-ਬਾਰ ਵੀ ਕਿਹਾ ਸੀ ਪਹਿਲਾਂ ਵੀ ਅਸੀਂ ਕਿਸੇ ਤਰੀਕੇ ਨਾ ਤਾਂ ਕਿਸਾਨਾਂ ਨਾਲੋਂ ਪਿੱਛੇ ਰਹਿਣਾ, ਨਾ ਕਿਸੇ ਮਤਲਬ ਕਿ ਜਿਨ੍ਹਾਂ ਨਾਲ ਇਹ ਧੱਕਾ ਕਰਦੇ ਆ ਉਹਨਾਂ ਨਾਲ ਆਪਾਂ ਨਹੀਂ ਧੱਕਾ ਹੋਣ ਦਿਆਂਗੇ, ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿਆਂਗੇ। ਹੁਣ ਪਰਸੋਂ ਚੌਥ 'ਚ ਇੱਕ ਮੁੰਡੇ ਨੂੰ ਵੀ ਉਹਨੂੰ ਕੁੱਟਿਆ ਗਿਆ, ਤੇ ਅੱਜ ਡੀਐਸਪੀ ਸਾਹਿਬ ਕਹਿੰਦੇ ਸੀਗੇ ਕਿ ਦੁਬਾਰਾ ਕੋਈ ਗੱਲਬਾਤ ਹੋਈ ਹੈ, ਉਹਨਾਂ ਨੂੰ ਵੀ ਲੱਗ ਜਾਂਦਾ ਪਤਾ ਦੁਬਾਰਾ। ਪਹਿਲਾਂ ਤਾਂ ਕਰਤੂਤ ਘੋਲੇ ਦਿੰਦੇ ਆ ਨਾ, ਪਹਿਲਾਂ ਇਹ ਪੁੱਛਣਾ ਚਾਹੀਦਾ ਵੀ ਕਾਰਨ ਕੀ ਹੈ, ਇਹਦਾ ਕੁੱਟਿਆ ਕਿਉਂ ਗਿਆ, ਇਹਨੂੰ ਇਹਦੇ ਤਸ਼ੱਦਦ ਇੱਦਾਂ ਕੀਤਾ ਕਿਉਂ ਗਿਆ। ਮਤਲਬ ਕਿ ਕਿਤੇ ਨਾ ਕਿਤੇ ਤਾਂ ਲੋਕਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਇਹਨਾਂ ਨੂੰ ਨੱਥ ਪਾ ਦੇਣੀ ਚਾਹੀਦੀ ਆ, ਕਿਉਂਕਿ ਇਸ ਵੇਲੇ ਇਹਨਾਂ ਨੇ ਅੱਜ ਜਿਹੜਾ ਐਤਵਾਰ ਦਾ ਲੋਕਡਾਊਨ ਦਾ ਇਹ ਡਰਾਮਾ ਸ਼ੁਰੂ ਕੀਤਾ, ਇਹ ਇਕੱਲਾ ਐਤਵਾਰ ਤੇ ਲੋਕਡਾਊਨ ਨਹੀਂ ਰਹਿਣਾ। ਇਹ ਇੱਕ ਸਰਕਾਰਾਂ ਨੇ ਦੇਖ ਲਿਆ ਲੋਕ ਕਿੰਨੇ ਕੁ ਸ਼ਾਂਤੀ ਨਾਲ ਘਰ 'ਚ ਬੈਠਦੇ ਆ। ਜੇ ਅੱਜ ਲੋਕ ਸ਼ਾਂਤੀ ਨਾਲ ਘਰ 'ਚ ਬੈਠ ਗਏ, ਮੰਨ ਲਓ ਫਿਰ 3-4 ਮਹੀਨੇ ਇਹਨਾਂ ਦੇ ਪਾਰ ਆ ਲੋਕਾਂ ਦੇ ਅੰਦਰੇ ਬਿਠਾ ਕੇ ਉਹਨਾਂ ਨੇ ਰੱਖਣਾ, ਬਾਕੀ ਜੋ ਆਪਣਾ ਕੰਮ ਆ ਉਹ ਉਹਨਾਂ ਨੇ ਟ੍ਰਾਇਲ ਲੈ ਰਹੇ ਹਲੇ ਤੁਹਾਡੇ ਕਹਿੰਦਾ ਟ੍ਰਾਇਲ ਲੈ ਰਹੇ। ਇੱਕ ਪਿਛਲੇ ਸ਼ਨੀਵਾਰ ਲਿਆ ਸੀ, ਬੜਾ ਤਕੜਾ ਸਖਤ ਵਿਰੋਧ ਉਹਦਾ ਹੋਇਆ, ਉਹ ਇਹਨਾਂ ਨੇ ਬਿਲਕੁਲ ਜਿਹੜਾ ਮੌਨ ਧਾਰਨ ਖਤਮ ਕਰਤਾ। ਸੋਚ ਜਾਣੀ ਕਿ 2 ਮਿੰਟ 'ਚ ਸਾਡੇ ਹਾਂ ਕੈਂਸਲ ਕਰ ਦਿੰਦੇ ਆ, ਚਾਹੇ ਮੋਦੀ ਸਰਕਾਰ ਹੋਵੇ ਚਾਹੇ ਕੋਈ ਹੋਵੇ, ਤੇ ਇਹ ਸੋਚ ਨੂੰ ਲੈ ਕੇ ਜਿਹੜਾ ਹੈ ਉਹ ਕੈਂਸਲ ਕਰ ਦਿੰਦੇ। ਹੁਣ ਇਹਨਾਂ ਨੇ ਆਹ ਟ੍ਰਾਇਲ ਲੈ ਆਂਦਾ ਜਿਹੜਾ ਆ ਐਤਵਾਰ ਵਾਲਾ, ਵੀ ਐਤਵਾਰ ਨੂੰ ਦੇਖ ਲੈਂਦੇ ਆ ਲੋਕ ਕਿੰਨੇ ਘਰ 'ਚ ਬੈਠਦੇ। ਮੈਂ ਤਾਂ ਕਹਿੰਦਾ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ ਔਰ ਆਪਣੇ ਕਾਰੋਬਾਰ ਕਰਨੇ ਚਾਹੀਦੇ ਆ, ਕੋਈ ਲੋਕਡਾਊਨ ਦੀ ਐਲਾਨ ਨਹੀਂ ਦੇਣਾ ਚਾਹੀਦਾ, ਔਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਕਮਜ਼ੋਰੀ ਜਿਹੜੀ ਆ ਉਹ ਹੋਣ ਨਹੀਂ ਦੇਣੀ ਚਾਹੀਦੀ। ਜਿੰਨੇ ਚਿਰ ਸਾਰੇ ਲੋਕ ਏਕਤਾ ਰੱਖਣਗੇ ਉਸੇ ਤਰ੍ਹਾਂ ਨਾਲ ਇਹ ਜਿਹੜਾ ਸੰਘਰਸ਼ ਚੱਲੂਗਾ, ਔਰ ਸਿਖਰਾਂ 'ਤੇ ਇਹ ਪਹੁੰਚ ਕੇ ਆਖਰ ਨੂੰ ਇਹ ਜਿਹੜੀ ਆ ਉਹ ਜਿੱਤ ਕਰੂਗਾ। ਬਾਕੀ ਸਾਡੇ ਨਾਲ ਸਾਰੀਆਂ ਯੂਨੀਅਨਾਂ ਜਿਹੜੀਆਂ ਆਈਆਂ ਹੋਈਆਂ, ਅਸੀਂ ਅੱਜ ਮੀਟਿੰਗ ਬੁਲਾਈ ਸੀਗੀ
ਜਿੰਨੇ ਵੀ ਪ੍ਰਧਾਨ ਆਏ ਸੀਗੇ ਬੰਗਿਆਂ ਤੋਂ, ਰਾਹੋਂ ਤੋਂ, ਤੇ ਉਸ ਦੇ ਮੁਤਾਬਕ ਅਸੀਂ ਜਿਹੜੀ ਮੀਟਿੰਗ ਕੀਤੀ ਹੈ, ਜੇ ਸਾਡੇ ਨਾਲ ਕੋਈ ਇੱਦਾਂ ਦਾ ਕੋਈ ਧੱਕਾ ਕਰੂਗੇ ਅਸੀਂ ਪੂਰੇ ਪੰਜਾਬ ਲੈਵਲ ਤੇ ਜਿਹੜਾ ਇਹ ਸੰਘਰਸ਼ ਸ਼ੁਰੂ ਕਰਾਂਗੇ ਦੁਬਾਰਾ। ਬਹੁਤ ਸ਼ੁਕਰੀਆ ਜੀ ਬਿੱਲਾ ਗੁੱਜਰ ਜੀ ਦੇ, ਤੁਸੀਂ ਵਿਚਾਰ ਸੁਣ ਲਏ ਨੇ। ਕੋਈ ਹੋਰ ਗੱਲ ਰਹਿ ਗਈ ਤਾਂ? ਬਸ ਹੋਰ ਗੱਲ ਤਾਂ ਮੇਰਾ ਬ੍ਰਦਰ ਆ, ਇਹ ਵੀ ਦੱਸ ਦੇਣਗੇ ਦੋ ਚਾਰ ਗੱਲਾਂ। ਕਿਉਂਕਿ ਜਦੋਂ ਅਸੀਂ ਥੋੜੀ ਦੇਰ ਪਹਿਲਾਂ ਲਾਈਵ ਸੀ ਤਾਂ ਬਿੱਲਾ ਗੁੱਜਰ ਦੀ ਕਾਲ ਆ ਰਹੀ ਸੀ ਸਾਨੂੰ ਬਾਰ-ਬਾਰ, ਇਹੀ ਕਹਿ ਰਹੇ ਸੀ ਸਾਨੂੰ ਕਿ ਇੱਥੇ ਪਹੁੰਚੋ, ਔਰ ਅਸੀਂ ਪਹੁੰਚੇ ਹਾਂ ਤੇ ਬਾਈ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ। ਜੀ ਬਾਈ ਜੀ। ਹਾਂਜੀ, ਜਿਹੜਾ ਇਹ ਲੋਕਡਾਊਨ ਸੰਡੇ ਦਾ ਰੱਖਿਆ ਸਰਕਾਰ ਨੇ, ਇਹ ਵੈਸੇ ਤਾਂ ਗਰੀਬ ਲੋਕਾਂ ਵਾਸਤੇ ਹੀ ਆ ਕਿ ਜਿਹੜੇ ਬੜੇ ਲੋਕ ਆ ਉਹ ਤਾਂ ਗੱਡੀ 'ਚ ਘੁੰਮ ਰਹੇ ਆ, ਠੀਕ ਹੈ ਜੀ। ਜਿਹਨੂੰ ਕਿਸੇ ਨੂੰ ਵਿਚਾਰੇ ਨੂੰ ਗਰੀਬ ਬੰਦੇ ਨੂੰ ਲੋੜ ਆ, ਕਿਸੇ ਨੇ ਦਵਾਈ ਲੈਣੀ, ਕਿਸੇ ਨੇ ਕੁਛ ਲੈਣਾ, ਆਪਣੇ ਜੇ ਸਾਧਨ ਦੇ ਬਾਹਰ ਆਂਦਾ ਤਾਂ ਜਿਹੜੇ ਪੁਲਿਸ ਦੇ ਨਾਕੇ ਲਾ ਕੇ ਖੜੀ ਹੈ, ਪੁਲਿਸ ਰੁਕਣ ਵਾਸਤੇ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ। ਰੇਹੜੀ ਵਾਲੇ ਜਿਨ੍ਹਾਂ ਨੇ ਅਸੀਂ ਇੱਕ ਵਾਰੀ ਵੀਡੀਓ ਦਿਖਾਈ ਸੀ, ਲੋਕਾਂ ਨੇ ਬੜੀ ਪਸੰਦ ਕੀਤੀ ਸੀ, ਗਰੀਬਾਂ ਦਾ ਸ਼ੋਰੂਮ ਜਿਹੜੇ ਫੜੀਆਂ ਲਾਉਂਦੇ ਸੀ ਸਿਟੀ ਡਾਣ ਦੇ ਸਾਹਮਣੇ, ਜਾਂ ਐਤਵਾਰ ਨੂੰ ਜਿਹੜਾ ਬਾਜ਼ਾਰ ਲੱਗਦਾ ਸੀ, ਰੋਜ਼ਗਾਰ ਤਾਂ ਉਹ ਵੀ ਦਿੰਦੇ ਆ ਨਾ ਜੀ। ਦੇਖੋ ਆਰਡਰ ਕਰਦੇ ਨੇ, ਲੁਧਿਆਣੇ ਤੋਂ ਮਾਲ ਆਂਦਾ, ਟਰਾਂਸਪੋਰਟਰ ਵਾਲਿਆਂ ਦਾ ਕੰਮ ਚੱਲਦਾ, ਜਿਹੜੇ ਫੜੀਆਂ ਵਾਲੇ ਆ ਉਹ ਲੋਕਾਂ ਨੂੰ ਪੈਸਾ ਦਿੰਦੇ ਤਾਂ ਸਮਾਨ ਆਉਂਦਾ, ਫਿਰ ਅਲਟੀਮੇਟਲੀ ਕਸਟਮਰ ਦੀ ਜੇਬ 'ਚੋਂ ਜਾਂਦਾ। ਇਹ ਵੀ ਰੋਜ਼ਗਾਰ ਤਾਂ ਦਿੰਦੇ ਨੇ, ਇਹਨਾਂ ਨੂੰ ਰੋਟੀ ਕੌਣ ਦੇਗਾ? ਇਹ ਜਿਹੜੀ ਸਰਕਾਰ ਆ ਨਾ, ਇਹ ਬੜੀ ਸੋਚੀ ਸਮਝੀ ਨਾ ਤਾਕਤ ਨਾਲ ਫੈਸਲੇ ਲੈ ਰਹੀ ਆ। ਜਿਹੜੇ ਇਹਨਾਂ ਦੇ ਫੈਸਲੇ ਨਾ ਏਸੀ ਕਮਰੇ ਵਿੱਚ ਲੈ ਕੇ ਲੈ ਰਹੇ ਆ ਬੈਠ ਕੇ, ਇਹ ਨਹੀਂ ਦੇਖ ਰਹੇ ਵੀ ਜਿਹੜਾ ਇਹ ਤੁਹਾਨੂੰ ਬੰਦਾ ਕਮਾਈ ਕਰ ਰਿਹਾ ਉਹ ਬੰਦਾ ਕਿੱਥੇ ਜਾਊਗਾ ਜੀ। ਉਹ ਭੁੱਖਾ ਮਾਰਿਆ, ਉਹ ਕੀ ਕਰੂਗਾ? ਉਹਨੂੰ ਕਰੋਨਾ ਨੇ ਨਹੀਂ ਮਾਰਨਾ, ਉਹਨਾਂ ਨੇ ਭੁੱਖ ਨੇ ਮਾਰ ਦੇਣਾ। ਸਾਰਾ ਹਫਤਾ ਮੇਰੀ ਔਰ ਜਿਹੜੇ ਫੜੀਆਂ ਵਾਲੇ ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਸਾਰਾ ਹਫਤਾ ਐਤਵਾਰ ਦੀ ਵੇਟ ਕਰਦੇ ਸੀ, ਕਿਹੜੇ ਦਿਨ ਐਤਵਾਰ ਆਏਗਾ ਤੇ ਸਾਨੂੰ ਥੋੜੀ ਬਹੁਤੇ ਪੈਸੇ ਦੀ ਇਨਕਮ ਹੋਏਗੀ, ਕਿਸ਼ਤਾਂ ਜਿਹੜੀਆਂ ਦੇਣੀਆਂ ਦੇਵਾਂਗੇ, ਆਟਾ ਉਟਾ ਲੈ ਕੇ ਆਵਾਂਗੇ, ਹੋਰ ਜੋ ਦਾਲ ਪਾਣੀ ਲੈ ਕੇ ਆਵਾਂਗੇ। ਪਰ ਜੇ ਹੁਣ ਐਤਵਾਰ ਹੀ ਬੰਦ ਕਰ ਦਿੱਤਾ, ਤੋਰੀ ਫੁਲਕਾ ਤੋਰਾਂਗੇ ਕਿਵੇਂ? ਕਿਉਂਕਿ ਜਿਹੜੇ ਨਾ ਲੋਕਾਂ ਨੇ ਡੇਲੀ ਬੇਸ ਤੇ ਪੈਸੇ ਲਏ ਹੋਏ, ਐਤਵਾਰ ਦੀ ਐਤਵਾਰ ਕਿਸ਼ਤ ਬੰਨੀ ਹੁੰਦੀ ਆ, ਕਿਉਂਕਿ ਐਤਵਾਰ ਨੂੰ ਇੱਥੇ ਸੰਡੇ ਬਾਜ਼ਾਰ ਬਹੁਤ ਵੱਡਾ ਲੱਗਦਾ, ਲੋਕ ਸਾਰੇ ਨਵੇਂ ਸ਼ਾਦੇ ਫ੍ਰੀ ਹੋ ਕੇ ਚੱਲ ਰਹੇ ਆ। ਪਿਛਲੀ ਗੱਲ ਸੁਣ ਲਓ ਜੀ, ਪ੍ਰੋਬਲਮ ਕੀ ਆ? ਕਹਿੰਦੇ ਕਿ ਐਤਵਾਰ ਦੀ ਐਤਵਾਰ ਕਿਸ਼ਤ ਬੰਨੀ ਆ, ਡੇਲੀ ਬੇਸਿਸ ਤੇ ਪੈਸੇ ਉਧਾਰੇ ਲਏ ਨੇ। ਇਹ ਪੀੜਾ ਜਿਹੜਾ ਗਰਾਊਂਡ ਤੇ ਰਹਿੰਦਾ ਨਾ, ਧਰਤੀ ਤੇ ਰਹਿੰਦਾ, ਉਹਨੂੰ ਪਤਾ ਹੈ, ਜਿਹੜੇ ਅਸਮਾਨ ਤੇ ਰਹਿੰਦੇ ਨੇ ਉਹ ਨਹੀਂ ਜਾਣ ਸਕਦੇ। ਉਹ ਨਹੀਂ ਜਾਣਦੇ ਜੀ, ਕਿਉਂਕਿ ਜਦੋਂ ਉਹਨਾਂ ਨੇ ਡੇਲੀ ਬੇਸ ਸੰਡੇ ਦੀ ਸੰਡੇ ਕਿਸ਼ਤ ਦੇਣੀ ਹੁੰਦੀ ਆ, ਤਾਂ ਐਤਵਾਰ ਨੂੰ ਜਿਹੜਾ ਲੋਕਡਾਊਨ ਲਾਤਾ, ਉਹ ਬੰਦੇ ਕਿੱਥੇ ਜਾਣਗੇ? ਭੁੱਖਮਰੀ ਦਾ ਸ਼ਿਕਾਰ ਹੋਣਗੇ, ਮਰਨਗੇ। ਜਿਹੜੇ ਉਹਨਾਂ ਦੇ ਪੈਸੇ ਆ, ਉਹਨਾਂ ਦੇ ਵਿਆਜ ਪੈ ਰਹੇ, ਉਹ ਬੰਦੇ ਕੀ ਕਰਨਗੇ? ਉਹਨਾਂ ਕੋਲ ਕੋਈ ਹੋਰ ਕੋਈ ਰਸਤਾ 84 ਰੁਪਏ ਕਰ ਦਿੱਤਾ, ਜਾਂ ਤਾਂ ਸਰਕਾਰ ਸਾਨੂੰ ਸਬਸਿਡੀ ਦੇਵੇ, ਅਸੀਂ ਡੀਜ਼ਲ ਉਸ ਹਿਸਾਬ ਨਾਲ ਆਪਣੀ ਸਵਾਰੀਆਂ ਬਿਠਾ ਲਈਏ, ਪਰ ਸਾਡਾ 2 ਸਵਾਰੀਆਂ ਦਾ ਗੁਜ਼ਾਰਾ ਨਹੀਂ ਹੈਗਾ। ਪਰ ਇਹ ਕਿਹਨਾਂ ਨੇ ਪੁਆਇੰਟ ਰੱਖਿਆ ਕਿ ਡੇਲੀ ਬੇਸਿਸ ਤੇ ਲੋਕਾਂ ਨੇ ਪੈਸੇ ਲਏ ਹੋਏ ਆ, ਸੰਡੇ ਦੀ ਸੰਡੇ ਰੋਜ਼ਗਾਰ ਚੱਲਦਾ ਸੀ ਤਾਂ ਜਿਹੜੀ ਕਿਸ਼ਤ ਦਿੰਦੇ ਸੀ, ਹੁਣ ਵਿਆਜ ਤੇ ਵਿਆਜ ਪੈ ਰਿਹਾ, ਉਹ ਦੇਏਗਾ ਕੌਣ? ਸਵਾਲ ਇਹ ਵੱਡਾ ਹੈ। ਜਿਆਦਾ ਸਾਨੂੰ ਸਰਕਾਰ ਭਰੋਸਾ ਦੇਵੇ, ਜਿਹੜੇ ਸਾਡੇ ਲੋਨ ਜਾਂ ਭਰੋਸਾ ਤਾਂ ਮਿਲਦਾ ਆ ਰਿਹਾ ਜੀ, ਉਹ ਤਾਂ 73 ਸਾਲ ਤੋਂ ਮਿਲਦਾ ਆ ਰਿਹਾ। ਉਹ ਦੱਸ ਰਿਹਾ ਭਰੋਸਾ ਤੁਹਾਨੂੰ ਜਿਹੜਾ ਦੇ ਉਹ ਭਰੋਸਾ ਦੇ ਰਹੇ, ਇਧਰੋਂ ਰੋਸਾ ਦੇ ਰਹੇ ਆ ਤੁਸੀਂ। ਬਿਲਕੁਲ ਉਹੀ ਦੱਸ ਰਿਹਾ, ਉਹ ਜਿਹੜਾ ਸਾਨੂੰ ਭਰੋਸਾ ਦੇ ਰਹੇ ਨਾ, ਸਾਨੂੰ ਉਹ ਤੇ ਕੋਈ ਯਕੀਨ ਨਹੀਂ ਰਿਹਾ ਹੁਣ ਇਹਨਾਂ ਤੇ, ਕਿਉਂਕਿ ਜਿਹੜੇ ਇਹਨਾਂ ਦੇ ਫੈਸਲੇ ਆ ਉਹ ਮੈਨੂੰ ਲੱਗਦਾ ਅਮਲੀ ਜਾਂ ਪੈਗ ਲਾ ਕੇ ਜਾਂ ਸ਼ਾਮ ਨੂੰ ਬੈਠ ਕੇ ਆਪਣੇ ਏਸੀ ਰੂਮਾਂ ਦੇ ਵਿੱਚ ਕਮਰੇ 'ਚ ਬੈਠ ਕੇ। ਨਹੀਂ, ਬਹੁਤ ਵੱਡੀ ਗੱਲ ਕਹੀ ਆ ਵੀਰ ਜੀ ਨੇ। ਉਹ ਕਹਿੰਦੇ ਸਾਡੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ ਤਾਂ ਅਸੀਂ ਕਰੋਨਾ ਦੀ ਦੁਕਾਨ ਵੀ ਚੱਲਣ ਨਹੀਂ ਦੇਣੀ। ਇਹ ਇਹਨਾਂ ਦਾ ਕਹਿਣਾ, ਆਟੋ ਯੂਨੀਅਨ ਵਾਲਿਆਂ ਦਾ ਕਹਿਣਾ ਕਿ ਕਰੋਨਾ ਦੀ ਦੁਕਾਨ ਵੀ ਅਸੀਂ ਚੱਲਣ ਨਹੀਂ ਦੇਣੀ। ਔਰ ਦੀਪ ਸਾਹਿਬ ਕਹਿ ਰਹੇ ਨੇ ਕਿ ਰੋਸ ਪ੍ਰਦਰਸ਼ਨ ਮੁਜ਼ਾਹਰਾ ਲੈ ਕੇ ਚੱਲੇ ਆ ਜੀ। ਅਦੀਪ ਸਾਹਿਬ ਇੱਕ ਵਾਰੀ ਕਲੀਅਰ ਕਰ ਦਿਓ ਕਿੱਥੇ ਤੱਕ ਜਾਣਾ ਜੀ? ਇਹ ਅਸੀਂ ਅੰਬੇਡਕਰ ਚੌਂਕ ਹੈ ਜਿਹੜਾ, ਉੱਥੋਂ ਵਾਪਸ ਆਉਣਾ ਹੈ। ਠੀਕ ਹੈ ਜੀ, ਤੁਸੀਂ ਗੱਲ ਸੁਣ ਲਈ ਜੀ। ਇੱਥੋਂ ਮੁਜ਼ਾਹਰਾ ਲੈ ਕੇ ਅੰਬੇਦਕਰ ਸਾਹਿਬ ਦੇ ਚੌਂਕ ਤੱਕ ਜਾਣਗੇ ਔਰ ਉੱਥੋਂ ਫਿਰ ਇੱਥੇ ਵਾਪਸ ਆਣਗੇ। ਤੁਸੀਂ ਪੂਰੀ ਗੱਲ ਸੁਣ ਲਈ ਹੈ ਜੀ। ਔਰ ਗੱਲ ਅਹਿਮ ਜਿਹੜੀ ਮੇਰੇ ਤੱਕ ਪਹੁੰਚੀ ਹੈ, ਮੈਂ ਤੁਹਾਨੂੰ ਦੱਸ ਦਿੱਤੀ ਆ ਜੀ ਕਿ ਡੇਲੀ ਬੇਸਿਸ ਤੇ ਜਿਵੇਂ ਦੱਸਦੇ ਨੇ ਕਿ ਲੋਨ ਲਏ ਹੋਏ ਨੇ, ਸੰਡੇ ਦੀ ਸੰਡੇ ਕਿਸ਼ਤ ਜਾਂਦੀ, ਉਹਦੇ ਕਰਕੇ ਤਕਲੀਫ 'ਚ ਨੇ। ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ ਬੰਦ ਨੇ ਪਰ ਸਰਕਾਰ ਦੀ ਕਰੋਨਾ ਦੀ ਦੁਕਾਨ ਖੁੱਲ੍ਹ ਗਈ ਆ। ਇਹ ਇਹਨਾਂ ਦਾ ਕਹਿਣਾ ਆ, ਇਹ ਇਹਨਾਂ ਦੀ ਨਿੱਜੀ ਰਾਏ ਹੈ ਔਰ ਇਹਨਾਂ ਦੇ ਪੂਰੇ ਇਕੱਠ ਦੀ ਵੀ ਇਹੀ ਰਾਏ ਹੈ। ਸੋ ਤੁਸੀਂ ਬਣੇ ਰਹਿਣਾ ਜੀ 2032 ਨਵਾਂ ਸ਼ਹਿਰ ਦੇ ਨਾਲ।